Brought to you by खाता बुक। इसका टेक्नोलॉजी का लफ्ज तो कम नहीं हो सकता है, लेकिन क्यूआर का हिसाब सिंपल हो सकता है। क्या? कैसे? खाता बुक क्यूआर से मैन, ये सब ऐप से पेमेंट एक्सेप्ट करता है और फुल हिसाब को एक जगह दिखाता है। अरे हिसाब सिंपल हो गया। खाता बुक बिजनेस हुआ ਈਜ਼ੀ मैन। ਕਿਸਾਨੀ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਰੇਲ ਰੋਕੋ ਅੰਦੋਲਨ ਪਾਰਟ 2 ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। ਕਈ ਰਾਜਨੀਤਿਕ ਪਾਰਟੀਆਂ ਵੀ ਜਿਹੜੀਆਂ ਪ੍ਰਦਰਸ਼ਨ ਕਰ ਰਹੀਆਂ ਨੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਤੋਂ ਪਰਮਿੰਦਰ ਸਿੰਘ ਢੀਂਡਸਾ ਨੇ। ਢੀਂਡਸਾ ਸਾਹਿਬ ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਇਸ ਕਿਸਾਨੀ ਦੇ ਮੁੱਦੇ ਨੂੰ, ਜਿਹੜਾ ਕਿ ਕਿਉਂਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਪਹਿਲਾਂ ਵੀ ਜਾਰੀ ਹੈ ਤੇ ਅੱਜ ਤੋਂ ਵੀ ਰੇਲ ਰੋਕੋ ਅੰਦੋਲਨ ਜਿਹੜਾ ਪਾਰਟ 2 ਆ ਸ਼ੁਰੂ ਹੋ ਰਿਹਾ। ਰੇਲਾਂ ਜਾਮ ਨੇ, ਟੋਲ ਪਲਾਜ਼ਾ ਨੂੰ ਫ੍ਰੀ ਕੀਤਾ ਜਾ ਰਿਹਾ ਹੈਗਾ। ਦੇਖੋ, ਮੇਰਾ ਮੰਨਣਾ ਇਹ ਹੈ ਵੀ ਇਸ ਕਿਸਾਨਾਂ ਦਾ ਸੰਘਰਸ਼ ਬਿਲਕੁਲ ਜਾਇਜ਼ ਹੈ। ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹ ਮੰਨੀਆਂ ਜਾਣੀਆਂ ਚਾਹੀਦੀਆਂ। ਕਿਸਾਨ ਤਾਂ ਸਿਰਫ ਇੱਕ ਸਿਕਿਉਰਿਟੀ ਭਾਲਦੇ ਆ ਵੀ ਇਸ ਬਿੱਲ ਦੇ ਵਿੱਚ ਸਿਰਫ ਇੰਨਾ ਹੀ ਤੁਸੀਂ ਲਾਈਨਾਂ ਪਾ ਦਿਓ ਵੀ ਜਿਹੜੇ ਸਾਡਾ ਕਣਕ ਤੇ ਝੋਨਾ ਹੈ ਉਹ MSP ਤੋਂ ਘੱਟ ਨਹੀਂ ਖਰੀਦਿਆ ਜਾਊਗਾ। ਇੰਨੀ ਕੁ ਗੱਲ ਜੇ ਸਰਕਾਰ ਨਹੀਂ ਪੂਰੀ ਕਰ ਸਕਦੀ ਤਾਂ ਫਿਰ ਉਹਦੇ ਵਿੱਚ ਤਾਂ ਕਿਤੇ ਨਾ ਕਿਤੇ ਦੇਖੋ ਸਰਕਾਰ ਦੀ ਮਨਸ਼ਾ ਆਪਾਂ ਗਲਤੀ ਕਹਾਂਗੇ। ਸੋ ਅੱਜ ਲੋੜ ਹੈ ਵੀ ਇਕੱਠੇ ਹੋ ਕੇ ਸੰਘਰਸ਼ ਕਰਨ ਦੀ, ਤੇ ਅਸੀਂ ਸ਼ੁਰੂ ਤੋਂ ਹੀ ਸਾਡੀ ਪਾਰਟੀ ਦਾ ਬੜਾ ਸਪਸ਼ਟ ਸਟੈਂਡ ਰਿਹਾ ਵੀ ਅਸੀਂ ਕਿਸਾਨਾਂ ਦੇ ਸੰਘਰਸ਼ ਤੇ ਕਿਸਾਨਾਂ ਦੇ ਨਾਲ, ਅਸੀਂ ਕੋਈ ਵੱਖਰਾ ਪ੍ਰੋਗਰਾਮ ਨਹੀਂ ਦੇਵਾਂਗੇ। ਪਰ ਤੁਸੀਂ ਦੇਖੋ ਜਿਹੜੀ ਕਈ ਸਿਆਸੀ ਪਾਰਟੀਆਂ ਇਹ ਸਾਰੇ ਸੰਘਰਸ਼ ਨੂੰ ਟੋਰਪੀਡੋ ਕਰਨ ਲੱਗੀਆਂ ਹੋਈਆਂ, ਉਹਨੂੰ ਢਾਹ ਲਾਉਣ ਲੱਗੀਆਂ ਹੋਈਆਂ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਕਿਸ ਤਰ੍ਹਾਂ ਦੀ ਰਾਜਨੀਤੀ ਹੈ ਜਿਹੜੀ ਹੋ ਰਹੀ ਹੈਗੀ ਹੁਣ ਇਸ ਟਾਈਮ? ਦੇਖੋ, ਜੋ ਅੱਜ ਦੀ ਰਾਜਨੀਤੀ ਹੈ, ਤੁਸੀਂ ਦੇਖੋ ਇੱਕ ਪਾਸੇ ਕਿਸਾਨ ਇਸ ਸੰਘਰਸ਼ ਨੂੰ ਚਲਾ ਰਹੇ ਨੇ। ਸਾਰਾ ਪੰਜਾਬ ਦੀਆਂ ਵਪਾਰਕ ਜਥੇਬੰਦੀਆਂ, ਹੋਰ ਸਮਾਜ ਸੇਵੀ ਜਥੇਬੰਦੀਆਂ ਕਿਸਾਨਾਂ ਦੇ ਨਾਲ ਇਸ ਸੰਘਰਸ਼ ਦੇ ਵਿੱਚ ਜੁੜੀਆਂ ਹੋਈਆਂ ਨੇ ਤੇ ਕਈ ਸਿਆਸੀ ਪਾਰਟੀਆਂ ਨੇ ਵੀ ਸਮਰਥਨ ਕੀਤਾ ਸੰਘਰਸ਼ ਦਾ। ਪਰ ਦੂਜੇ ਪਾਸੇ ਮੈਨੂੰ ਹੈਰਾਨੀ ਦੀ ਇਹ ਗੱਲ ਹੈ ਵੀ ਕਿਸਾਨਾਂ ਦੇ ਸੰਘਰਸ਼ ਵਿੱਚ ਕਿਸਾਨਾਂ ਨਾਲ ਜੁੜਨ ਦੀ ਬਜਾਏ ਸਾਨੂੰ ਕੋਈ ਉੱਥੇ ਜਾ ਕੇ ਕੋਈ ਲੀਡਰੀ ਕਰਨ ਦੀ ਤਾਂ ਅੱਜ ਸਮਾਂ ਨਹੀਂ ਹੈਗਾ। ਸਾਨੂੰ ਤਾਂ ਐਜ਼ ਆਮ ਸਧਾਰਨ ਕਿਸਾਨ ਪਰਿਵਾਰ 'ਚੋਂ ਅਸੀਂ ਵੀ ਸਾਰੇ, ਸਾਨੂੰ ਨਾਲ ਉਸੇ ਤਰੀਕੇ ਨਾਲ ਬੈਠਣਾ ਚਾਹੀਦਾ ਨਾਲ। ਪਰ ਗੱਲ ਇਹ ਹੈ, ਤੁਸੀਂ ਦੇਖੋ 25 ਤਰੀਕ ਨੂੰ ਅਕਾਲੀ ਦਲ ਨੇ ਅੱਡ ਰਸਤਾ ਰੋਕੋ ਦਾ ਚੱਕਾ ਜਾਮ ਕਰਤਾ, ਜਿੱਥੇ ਕਿਸਾਨ ਯੂਨੀਅਨ ਨੇ ਸਾਰਾ ਪੰਜਾਬ ਬੰਦ ਕੀਤਾ ਸੀ, ਉਹਨੇ ਅੱਡ ਪ੍ਰੋਗਰਾਮ ਦਿੱਤਾ। ਫਿਰ ਅੱਜ ਫਿਰ ਜਿਹੜਾ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋ ਰਿਹਾ ਹੈ, 1 ਤਰੀਕ ਦਾ ਉਹਨਾਂ ਨੇ ਦਿੱਤਾ ਸੀ ਤੇ ਅੱਜ ਫਿਰ ਅਕਾਲੀ ਦਲ ਆਪਦਾ ਅੱਡ ਰੋਸ ਮਾਰਚ ਕਰ ਰਿਹਾ ਹੈਗਾ। ਕੱਲ੍ਹ ਨੂੰ ਰਾਹੁਲ ਗਾਂਧੀ ਆ ਕੇ ਇੱਥੇ ਆਪਦਾ ਅੱਡ ਮਾਰਚ ਕੱਢ ਰਿਹਾ। ਇਹ ਕੀ ਹੈ? ਇਹ ਤਾਂ ਮੈਨੂੰ ਤਾਂ ਇਹ ਜਾਪਦਾ ਵੀ ਜਾਣ ਬੁੱਝ ਕੇ ਕਿਸਾਨਾਂ ਇਹ ਦਿਖਾਉਣ ਦੀ ਦੌੜ 'ਚ ਲੱਗੇ ਨੇ ਵੀ ਜੀ ਅਸੀਂ ਕਿਸਾਨ ਐਸਐਸਸੀ ਵੀ ਆਪਦੇ ਆਪ ਨੂੰ ਦਿਖਾਉਣਾ ਤੇ ਨਾਲ ਇਹ ਵੀ ਦਿਖਾਉਣਾ ਚਾਹੁੰਦੇ ਨੇ ਵੀ ਸਾਡੇ ਕੋਲੇ ਜੋ ਕਿਸਾਨ ਜਥੇਬੰਦੀਆਂ ਨਾਲੋਂ ਵੱਧ ਤਾਕਤ ਸਾਡੇ ਕੋਲੇ ਹੈ। ਰਾਹੁਲ ਗਾਂਧੀ ਦੇਖੋ ਕਦੇ ਪੰਜਾਬ ਆਇਆ ਨਹੀਂ, ਹੁਣ ਉੱਥੇ ਆ ਗਿਆ। ਉੱਥੇ ਜੇ ਇਹਨੇ ਕੁਛ ਕਰਨਾ ਸੀ ਰਾਹੁਲ ਗਾਂਧੀ ਨੇ ਤਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਬਿੱਲਾਂ ਦੇ ਹੱਕ 'ਚ ਬੋਲਦਾ। ਉਦੋਂ ਦਾ ਰਾਹੁਲ ਗਾਂਧੀ ਦਿਖਿਆ ਨਹੀਂ ਜਦ ਬਿੱਲ ਪੇਸ਼ ਹੋਏ। ਅੱਜ ਸਿਆਸਤ ਕਰਨੀ ਰਾਹੁਲ ਗਾਂਧੀ ਇੱਥੇ ਆ ਰਿਹਾ ਹੈਗਾ। ਸੋ ਇਹ ਸਾਰੇ ਟਰੈਕਟਰ ਮਾਰਚ ਨਾਲ ਰਾਹੁਲ ਗਾਂਧੀ ਟਰੈਕਟਰ ਮਾਰਚ ਕੱਢਣਗੇ। ਅਗਰ ਮੋਗੇ ਤੋਂ ਸ਼ੁਰੂਆਤ ਕਰਦੇ ਨੇ, ਫਿਲਹਾਲ ਕਹਿੰਦੇ ਨੇ ਉਹਨਾਂ ਪ੍ਰੋਗਰਾਮ ਰੱਦ ਹੋਣ ਜਾ ਰਿਹਾ, ਪਰ ਜੇ ਆਉਂਦੇ ਨੇ ਮਤਲਬ ਕਿ ਕੋਈ ਦਬਾਅ ਬਣਦਾ ਇਸ ਤਰ੍ਹਾਂ ਦਾ? ਕਿਉਂਕਿ ਇੱਕ ਪਾਸੇ ਕਿਸਾਨ ਲੱਗੇ ਨੇ, ਇੱਕ ਪਾਸੇ ਟਰੈਕਟਰ ਮਾਰਚ ਅਕਾਲੀ ਦਲ ਕੱਢ ਰਿਹਾ ਹੈਗਾ ਤੇ ਕਦੇ ਅਕਾਲੀ ਦਲ ਨੂੰ ਟਰੈਕਟਰ ਭੇਟ ਕੀਤੇ ਜਾ ਰਹੇ। ਉੱਧਰੋਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਰਾਹੁਲ ਗਾਂਧੀ ਨੇ ਉਹ ਟਰੈਕਟਰ ਮਾਰਚ ਕੱਢਣ ਦੀਆਂ ਤਿਆਰੀਆਂ 'ਚ ਨੇ। ਦੇਖੋ, ਸਰਕਾਰ ਜੇ ਦਬਾਅ ਮੰਨੇਗੀ ਤਾਂ ਲੋਕਾਂ ਦਾ ਦਬਾਅ ਮੰਨੇਗੀ, ਕਿਸਾਨਾਂ ਦਾ ਦਬਾਅ ਮੰਨੇਗੀ। ਸਿਆਸੀ ਪਾਰਟੀਆਂ ਦਾ ਕੋਈ ਦਬਾਅ ਨਹੀਂ ਮੰਨਦਾ ਹੁੰਦਾ, ਖਾਸ ਤੌਰ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ। ਸੋ ਇਸ ਲਈ ਸਾਨੂੰ, ਮੈਂ ਤਾਂ ਹੀ ਕਹਿ ਰਿਹਾ ਵੀ ਇਸ ਸੰਘਰਸ਼ ਦੇ ਵਿੱਚ ਪੂਰਨ ਤੌਰ 'ਤੇ ਕਿਸਾਨ ਜਥੇਬੰਦੀਆਂ ਦਾ ਅਨਕੰਡੀਸ਼ਨਲ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ ਤੇ ਇਸ ਮਕਸਦ 'ਤੇ ਇਹ ਨਹੀਂ ਸੋਚਣਾ ਚਾਹੀਦਾ ਵੀ ਸਾਡਾ ਇਹਦੇ ਵਿੱਚ ਕੀ ਹੈ, ਨਫਾ ਹੈ ਜਾਂ ਨੁਕਸਾਨ ਹੈ। ਇਹ ਇੱਥੇ ਮਤਲਬ ਸਿਰਫ ਆਪਦੀ ਰਾਜਨੀਤੀ ਚਮਕਾਉਣ ਲਈ, ਚਾਹੇ ਕਾਂਗਰਸ ਹੈ, ਚਾਹੇ ਬਾਦਲ ਦਲ ਹੈ, ਚਾਹੇ ਹੋਰ ਪਾਰਟੀਆਂ, ਉਹ ਸਿਰਫ ਆਪਦੀ ਰਾਜਨੀਤੀ ਅੱਜ ਚਮਕਾਉਣ 'ਤੇ ਲੱਗੀਆਂ। ਪਰ ਇਹ ਮੌਕਾ ਨਹੀਂ। ਤੇ ਮੈਂ ਤਾਂ ਫੇਰ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਆਪਦੀ ਹਉਮੈ ਛੱਡੋ ਤੇ ਕਿਸਾਨਾਂ ਦੇ ਨਾਲ ਖੜੇ ਹੋ। ਤੁਸੀਂ ਬਖੂਬੀ ਅਕਾਲੀ ਦਲ ਨੂੰ ਜਾਣਦੇ ਹੋ, ਅਕਾਲੀ ਦਲ ਦਾ ਬੜਾ ਲੰਮਾ ਚਿੰਮਾ ਤੁਸੀਂ ਹਿੱਸਾ ਰਹੇ ਹੋ। ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਦੀ ਰਾਜਨੀਤੀ? ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਬੀਬਾ ਜੀ ਅਸਤੀਫਾ ਦੇ ਦਿੰਦੇ ਨੇ, ਫਿਰ ਗਠਬੰਧਨ ਟੁੱਟ ਜਾਂਦਾ ਹੈ। ਹੁਣ ਸੁਖਬੀਰ ਬਾਦਲ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਨੇ ਕਿ ਉਹ ਕਿਸਾਨਾਂ ਦੇ ਹਿਤੈਸ਼ੀ ਨੇ। ਸਭ ਤੋਂ ਵੱਧ ਵੋਟ ਬੈਂਕ ਜਿਹੜਾ ਅਕਾਲੀ ਦਲ ਦਾ ਉਹ ਕਿਸਾਨ ਨੇ। ਦੇਖੋ, ਗੱਲ ਇਹ ਹੈ ਅਕਾਲੀ ਦਲ ਦੇ ਵਿੱਚ ਇਹੀ ਸਭ ਤੋਂ ਵੱਡੀ ਹੈ ਵੀ ਸਿਰਫ ਆਪ ਹੀ ਸਾਰੇ ਡਿਸੀਜਨ ਕਿਸੇ ਦੀ ਸਲਾਹ ਤੋਂ ਬਿਨਾਂ ਉਹ ਲੈਂਦੇ ਨੇ ਤੇ ਜਿਹੜੇ
ਪਹਿਲਾਂ ਸਮਰਥਨ ਕਰਿਆ 2 ਮਹੀਨੇ, ਉਹ ਵੀ ਉਹਨਾਂ ਦੀ ਆਪਦੀ ਡਿਸੀਜਨ ਸੀ। ਮੇਰੀ ਜਾਣਕਾਰੀ ਮੁਤਾਬਕ ਬਹੁਤ ਲੀਡਰ ਸੀ ਜਿਹੜੇ ਸ਼ੁਰੂ ਤੋਂ ਪਾਰਟੀ ਦੇ ਵਿੱਚ, ਜਿਨ੍ਹਾਂ ਦੀ ਇਹ ਕਹਿੰਦੇ ਸੀ ਵੀ ਇਹਨਾਂ ਦਾ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ, ਪਰ ਉਹਨਾਂ ਨੇ ਕਿਸੇ ਦੀ ਨਹੀਂ ਸੁਣੀ। ਉਹਨਾਂ ਨੇ ਜਾ ਕੇ ਇਹਦਾ ਸਮਰਥਨ ਕਰਤਾ। ਤੇ ਇਹ ਇੱਕ ਬੜੀ ਇੱਕ ਆਦਤ, ਇੱਕ ਤਰੀਕਾ ਬਣ ਚੁੱਕਿਆ ਹੈ। ਤੇ ਇੱਕ ਟਕਰਾਓ, ਅੱਜ ਜਿਵੇਂ ਕਿਸਾਨਾਂ ਦੇ ਨਾਲ ਅਸੀਂ ਮੁਕਾਬਲਾ ਕਰ ਰਹੇ ਹਾਂ ਵੀ ਜਿਸ ਦਿਨ ਕਿਸਾਨਾਂ ਦਾ ਪ੍ਰੋਗਰਾਮ ਹੈ ਉਸ ਦਿਨ ਹੀ ਅਸੀਂ ਪ੍ਰੋਗਰਾਮ ਅਕਾਲੀ ਦਲ ਵਾਲੇ ਆਪ ਦੇ ਰਹੇ ਨੇ। ਸੋ ਇਹ ਹੁਣ ਦੱਸੋ ਵੀ ਕਿਸਾਨਾਂ ਦੇ ਨਾਲ ਬਰਾਬਰ ਪ੍ਰੋਗਰਾਮ ਤੁਹਾਡਾ ਦੇਣ ਦਾ ਕੀ ਮਤਲਬ? ਦੂਜੀ, ਇਹ ਪਹਿਲੀ ਵਾਰ ਨਹੀਂ ਹੋਇਆ। ਜਦ ਬਰਗਾੜੀ ਮੋਰਚਾ ਲੱਗਿਆ ਸੀ, ਜਿਸ ਦਿਨ ਬਰਗਾੜੀ ਦਾ ਇਕੱਠ ਸੀ ਉਸ ਦਿਨ ਪਟਿਆਲੇ ਇਕੱਠ ਰੱਖਤਾ, ਉਸ ਤੋਂ ਪਹਿਲਾਂ ਫਰੀਦਕੋਟ ਇਕੱਠ ਰੱਖਤਾ, ਸਿਰਫ ਇਸ ਕਰਕੇ ਵੀ ਅਸੀਂ ਦਿਖਾਉਣਾ ਵੀ ਬਰਗਾੜੀ ਵਾਲੇ ਨਾਲੋਂ ਸਾਡੇ ਕੋਲ ਜ਼ਿਆਦਾ ਤਾਕਤ ਹੈ। ਉਹ ਲੋਕਾਂ ਦਾ ਇਕੱਠ ਸੀ, ਇਹ ਸਾਡਾ ਪੋਲੀਟੀਕਲ ਇਕੱਠ ਹੈ। ਕਿਉਂ ਅਸੀਂ ਟਕਰਾਅ ਦੀ ਨੀਤੀ 'ਚ ਪਏ ਹੋਏ ਹਾਂ? ਇਹ ਟਕਰਾਅ ਦੀ ਰਾਜਨੀਤੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਲਾਸਟ ਦੇ ਵਿੱਚ ਇਹ ਸਵਾਲ ਖੜਾ ਹੁੰਦਾ ਕਿ ਕਹਿੰਦੇ ਨੇ ਭਾਜਪਾ ਦਾ ਗਠਬੰਧਨ ਟੁੱਟ ਗਿਆ, ਅਕਾਲੀ ਦਲ ਦੇ ਨਾਲ ਨਾਤਾ ਟੁੱਟ ਗਿਆ, ਤਾਂ ਹੁਣ ਭਾਜਪਾ ਨਵੀਂ ਜ਼ਮੀਨ ਲੱਭੇਗੀ। ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਇਹ ਵੀ ਹੋ ਰਹੀ ਹੈ ਕਿ ਸ਼ਾਇਦ ਸੁਖਦੇਵ ਸਿੰਘ ਢੀਂਡਸਾ ਭਾਜਪਾ ਦੇ ਨਾਲ ਜਾ ਸਕਦੇ ਨੇ, ਪਰ ਮਾਹੌਲ ਹੁਣ ਇਸ ਤਰ੍ਹਾਂ ਦਾ ਹੈਗਾ ਕਿ ਹੁਣ ਤੁਹਾਡਾ ਸਟੈਂਡ ਕੀ ਰਹੇਗਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਾਂ ਤੁਹਾਡੀ ਪਾਰਟੀ ਕਿਸ ਤਰ੍ਹਾਂ ਚੋਣ ਲੜੇਗੀ ਜਾਂ ਕਿਸ ਤਰ੍ਹਾਂ ਅੱਗੇ ਲੋਕਾਂ ਦੇ ਵਿੱਚ ਆਏਗੀ? ਦੇਖੋ, ਤੁਸੀਂ ਸਾਡੇ ਜਿਸ ਦਿਨ ਦੀ ਅਸੀਂ ਅਕਾਲੀ ਦਲ ਤੋਂ ਵੱਖ ਹੋਏ ਹਾਂ, ਸਾਡੇ ਬਿਆਨ ਤੁਸੀਂ ਸਾਰੇ ਕੱਢ ਲਓ। ਅਸੀਂ ਸ਼ੁਰੂ ਤੋਂ ਸਾਡਾ ਇਹ ਹੈਗਾ ਵੀ ਅਸੀਂ ਕਾਂਗਰਸ ਤੇ ਅਕਾਲੀ ਭਾਜਪਾ ਤੋਂ ਬਿਨਾਂ ਕੋਈ ਅੱਡ ਮੁਹਾਜ਼ ਤਿਆਰ ਕਰਨਾ ਚਾਹੁੰਦੇ ਹਾਂ ਜਿਹੜਾ ਪੰਜਾਬ ਲਈ ਚੰਗੀ ਦਿਸ਼ਾ ਦੇਵੇ। ਇਹ ਸਾਡਾ ਸ਼ੁਰੂ ਤੋਂ ਹੀ ਸਾਡਾ ਸਟੈਂਡ ਰਿਹਾ। ਤੇ ਪਹਿਲੇ ਦਿਨ ਤੋਂ ਤੁਸੀਂ ਆਪ ਕਿਹਾ ਵੀ ਸਭ ਤੋਂ ਪਹਿਲਾਂ ਚਿੱਠੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਲਿਖੀ, ਜਿਹੜਾ ਹੈ ਤਕਰੀਬਨ ਇਹ 20 ਜੁਲਾਈ ਨੂੰ ਢੀਂਡਸਾ ਸਾਹਿਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ਬਿੱਲ ਵਾਪਸ ਲੈਣ ਲਈ ਕਿਹਾ ਤੇ ਇਸ ਬਿੱਲ ਦੇ ਖਤਰਿਆਂ ਬਾਰੇ ਵਿਸਥਾਰ ਦੇ ਵਿੱਚ ਉਹਦੇ ਵਿੱਚ ਵਰਣਨ ਕੀਤਾ। ਉਹਨਾਂ ਨੇ ਚਿੱਠੀ ਪਬਲਿਕ ਡੋਮੇਨ 'ਚ ਹੈ, ਕੋਈ ਮੇਰੀ ਇਹ ਨਹੀਂ, ਤੁਸੀਂ ਪਬਲਿਕ ਡੋਮੇਨ 'ਚੋਂ ਚਿੱਠੀ ਕਢਾ ਸਕਦੇ ਹੋ ਵੀ ਇਹ ਚਿੱਠੀ ਉਹਨਾਂ ਨੇ ਲਿਖੀ ਤੇ ਬੜੀ ਸਖਤ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ। ਜੇ ਸਾਡਾ ਉਹਨਾਂ ਨਾਲ ਕੋਈ ਉਹ ਹੁੰਦਾ ਤਾਂ ਫਿਰ ਅਸੀਂ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ। ਦੂਜੀ, ਜਦ ਦੀ ਢੀਂਡਸਾ ਸਾਹਿਬ ਅਕਾਲੀ ਦਲ ਤੋਂ ਵੱਖ ਹੋਏ ਨੇ, ਕੋਈ ਸਾਬਤ ਕਰਦੇ ਵੀ ਕਿਸੇ ਵੀ ਭਾਜਪਾ ਲੀਡਰ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਜਾਂ ਉਹਨਾਂ ਦੇ ਸੰਪਰਕ 'ਚ ਨੇ। ਕਹਿੰਦੇ ਨਜ਼ਦੀਕੀਆਂ ਬਹੁਤ ਨੇ ਸੁਖਦੇਵ ਸਿੰਘ ਢੀਂਡਸਾ ਦੀਆਂ ਨਰਿੰਦਰ ਮੋਦੀ ਜੀ ਨਾਲ। ਦੇਖੋ ਪੁਰਾਣੇ, ਕਿਉਂਕਿ ਇਹ ਤੁਹਾਨੂੰ ਮੈਂ ਦੱਸਦਾ, ਜਦ ਨਰਿੰਦਰ ਮੋਦੀ ਪੰਜਾਬ ਦੇ ਇੰਚਾਰਜ ਸੀ ਉਦੋਂ ਢੀਂਡਸਾ ਸਾਹਿਬ ਨੂੰ ਅਕਾਲੀ ਦਲ ਵੱਲੋਂ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈ ਸੀਟਾਂ ਦੀ ਲੈਣ ਦੇ ਬਾਰੇ ਕੋਆਰਡੀਨੇਟਰ ਬਣਾਇਆ ਗਿਆ ਸੀਗਾ। ਸੋ ਉਦੋਂ ਦੇ ਉਹ ਜਾਣਦੇ ਨੇ। ਪਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਤੇ ਸਾਫ਼ ਕਹਿਣਾ ਚਾਹੁੰਦਾ ਵੀ ਸਾਨੂੰ ਪੰਜਾਬ ਦੇ ਲੋਕ ਪੰਜਾਬ ਦੇ ਹਿੱਤਾਂ ਨਾਲੋਂ ਕੁਛ ਹੋਰ ਚੀਜ਼ ਅਹਿਮੀਅਤ ਨਹੀਂ ਰੱਖਦੀ। ਤੇ ਨਾਲੇ ਸਾਡਾ ਭਾਜਪਾ ਦੀਆਂ ਜੋ ਨੀਤੀਆਂ ਨੇ, ਮੈਂ ਸ਼ੁਰੂ ਤੋਂ 370 ਦਾ ਜਦ ਇਹਨਾਂ ਨੇ ਤੋੜੀ, ਮੈਂ ਅਕਾਲੀ ਦਲ ਦੇ ਵਿੱਚ ਉਦੋਂ ਪਾਰਟੀ ਦੇ ਵਿੱਚ ਸੀਗਾ, ਪਾਰਟੀ ਦਾ ਜਿਹੜਾ ਹੈ ਲੀਡਰ ਸੀ ਪਾਰਟੀ ਦਾ ਵਿਧਾਨ ਸਭਾ, ਮੈਂ ਉਦੋਂ ਵੀ ਪਾਰਟੀ ਦੀ ਮੀਟਿੰਗ ਦੇ ਵਿੱਚ ਕਿਹਾ, ਮੈਂ ਕਿਹਾ ਗਲਤ ਕੀਤਾ ਇਹਨਾਂ ਨੇ 370 ਖਾਸ ਤੌਰ ਤੇ ਜਿਹੜੀਆਂ ਇਹਨਾਂ ਨੂੰ ਯੂਟੀ ਬਣਾਇਆ ਗਿਆ, ਗਲਤ ਕੀਤਾ। ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਵਿੱਚ ਮੈਂ ਉਦੋਂ ਮੇਰਾ ਸਪਸ਼ਟ ਇਹ ਸਟੈਂਡ ਸੀਗਾ ਵੀ ਇਹ ਗਲਤ ਕੀਤਾ ਇਹਨਾਂ ਨੇ। ਸੋ ਅਸੀਂ ਤਾਂ ਉਹਨਾਂ ਦੀ ਨੀਤੀਆਂ, ਸਾਡੀ ਇੱਕ ਵਿਚਾਰਧਾਰਾ ਹੈ, ਅਸੀਂ ਤਾਂ ਉਸ ਅਕਾਲੀ ਸੋਚ ਨੂੰ, ਉਸ ਅਕਾਲੀ ਵਿਚਾਰਧਾਰਾ ਨੂੰ ਲੈ ਕੇ ਚੱਲੇ ਹੋਏ ਹਾਂ, ਉਹਨੂੰ ਅਸੀਂ ਦੁਬਾਰੇ ਮੁਰਸੁਰਜੀਤ ਕਰਨਾ ਚਾਹੁੰਦੇ। ਇਹ ਸਾਡਾ ਨਿਸ਼ਾਨਾ ਹੈਗਾ। ਤੇ ਉਸ ਵਿਚਾਰਧਾਰਾ ਦੇ ਵਿੱਚ ਕਿਸਾਨਾਂ ਦਾ ਬਹੁਤ ਅਹਿਮ ਸਥਾਨ ਹੈ। ਜੋ ਅਕਾਲੀ ਦਲ ਦੀ ਹੁਣ ਤੱਕ ਸਿਆਸਤ ਰਹੀ ਹੈ, ਅਕਾਲੀ ਦਲ ਦੀ ਜਿਹੜੀ ਹੈ ਹੁਣ ਤੱਕ ਦੀ 100 ਸਾਲ ਦਾ ਜੋ ਵਿਚਾਰਧਾਰਾ, ਉਹਦੇ ਵਿੱਚ ਕਿਸਾਨਾਂ ਦੀ ਤੇ ਮਜ਼ਦੂਰਾਂ ਦਾ ਬਹੁਤ ਅਹਿਮ ਸਥਾਨ ਹੈ। ਤੇ ਅਸੀਂ ਉਹਦੇ ਲਈ ਲੜਦੇ ਰਹਾਂਗੇ, ਜੂਝਦੇ ਰਹਾਂਗੇ। ਤੇ ਸਾਡਾ ਜਿਹੜਾ ਹੈ ਇਹਨਾਂ ਮੁੱਦਿਆਂ ਤੇ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਤਰ੍ਹਾਂ ਦਾ, ਕਿਸੇ ਸਮਝੌਤੇ ਦਾ 1% ਵੀ ਕੋਈ ਜਿਹੜਾ ਹੈ ਮਤਲਬ ਨਹੀਂ ਬਣਦਾ। ਬਿਲਕੁਲ, ਇਸ ਨੂੰ ਪਰਮਿੰਦਰ ਸਿੰਘ ਢੀਂਡਸਾ ਜੀ ਨੇ ਸਾਫ਼ ਤੌਰ 'ਤੇ ਕਿਹਾ ਕਿ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਰਾਜਨੀਤੀ ਛੱਡ ਕੇ ਸਭ ਤੋਂ ਪਹਿਲਾਂ ਕਿਸਾਨੀ ਮੁੱਦੇ ਤੇ ਇੱਕ ਮੰਚ ਦੇ ਉੱਪਰ ਕਿਸਾਨਾਂ ਦੇ ਪਿੱਛੇ ਲੱਗ ਕੇ ਜਿਹੜੀ ਆਪਣੀ ਉਹ ਲੜਾਈ ਲੜਨ। ਖਾਸ ਤੌਰ ਤੇ ਭਾਜਪਾ ਦੇ ਮੁੱਦੇ ਉੱਪਰ ਬੋਲਦੇ ਹੋਏ ਉਹਨਾਂ ਨੇ ਕਿਹਾ ਕਿਉਂਕਿ ਭਾਜਪਾ ਪੰਜਾਬ ਦੇ ਵਿੱਚ ਹੁਣ ਅਕਾਲੀ ਦਲ ਗਠਬੰਧਨ ਟੁੱਟਣ ਤੋਂ ਬਾਅਦ ਨਵਾਂ ਜਿਹੜੀ ਜ਼ਮੀਨ ਉਹ ਲੱਭੇਗੀ। ਪਰ ਕਿ ਦੱਸਿਆ ਜਾ ਰਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਨਜ਼ਦੀਕੀਆਂ ਨੇ, ਪਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਕਿਸੇ ਵੀ ਕੀਮਤ ਦੇ ਉੱਪਰ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਡੈਮੋਕ੍ਰੇਟਿਕ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਹੈ, ਪਰ ਢੀਂਡਸਾ ਪਰਿਵਾਰ ਕਦੇ ਵੀ ਭਾਜਪਾ ਦੇ ਨਾਲ ਕਿਸੇ ਵੀ ਕੀਮਤ ਦੇ ਉੱਪਰ ਨਹੀਂ ਜਾਣਗੇ। ਕੈਮਰਾਮੈਨ ਰਣਦੀਪ ਸਿੰਘ ਦੇ ਨਾਲ ਬਲਵੰਤ ਸਿੰਘ ਵਿੱਕੀ, ਪੰਜਾਬ ਤੱਕ, ਸੰਗਰੂਰ।